ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PSTET CTET ਮਾਸਟਰ ਕੇਡਰ ਅਤੇ NTT ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈ। ਕਿਉਂਕਿ ਸਾਡੇ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਪੋਲੀਟੀਕਲ ਦਾ ਨੈਕਸਟ ਟੌਪਿਕ ਜਿਹੜਾ ਹੈ ਗਵਰਨਮੈਂਟ ਵਾਲਾ ਜਿਹੜਾ ਹੈ ਉਹ ਡਿਸਕਸ ਕਰਾਂਗੇ। ਸੋ ਧਿਆਨ ਰੱਖਣਾ ਕਿ ਗਵਰਨਮੈਂਟ ਦੇ ਵਿੱਚੋਂ ਹੀ ਸਭ ਤੋਂ ਵੱਧ ਕੁਐਸਚਨ ਬਣਦੇ ਹੈਗੇ ਨੇਗੇ, ਠੀਕ ਹੈ, ਅਤੇ ਸਭ ਤੋਂ ਵੱਧ ਜਿਹੜਾ ਟੌਪਿਕ ਹੈ ਇਹੀ ਪੁੱਛਿਆ ਜਾਊਗਾ, ਠੀਕ ਹੈ, ਇਹਦੀ ਜ਼ਿਆਦਾ ਸੰਭਾਵਨਾ ਹੈਗੀ ਹੈਗੀ। ਤਾਂ ਸ਼ੁਰੂ ਕਰਦੇ ਅੱਜ ਦਾ ਸੈਸ਼ਨ। ਸੋ ਇਹ 9 ਨੰਬਰ ਪਾਰਟ ਹੈ। ਇਸ ਤੋਂ ਪਹਿਲਾਂ 8 ਪਾਰਟ ਜਿਹੜੇ ਆ ਉਹ ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਇਸ ਤੋਂ ਪਹਿਲਾਂ 400 ਕੁਐਸਚਨ ਜਿਹੜਾ ਹੈ ਉਹ ਕੰਪਲੀਟ ਹੋ ਚੁੱਕਿਆ ਹੈ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋਗੇ। ਤਾਂ ਅੱਜ ਦਾ ਫਸਟ ਕੁਐਸਚਨ ਹੈ ਜੀ ਧਨ ਬਿੱਲ। ਸੋ ਇਹ ਦੇਖਿਓ ਕਿ ਸਾਰੇ ਹੀ ਕੁਐਸਚਨ ਬਹੁਤ ਇੰਪੋਰਟੈਂਟ ਨੇ। ਸੋ ਇੱਕ ਸੈਸ਼ਨ ਵੀ ਪੂਰਾ ਦੇਖਿਆ ਕਰੋ, ਕਿਉਂਕਿ ਇੱਕ ਕੁਐਸਚਨ ਦੇ ਵਿੱਚੋਂ ਹੀ ਬਹੁਤ ਸਾਰੇ ਜਿਹੜੇ ਕੁਐਸਚਨ ਉਹ ਮੈਂ ਹੋਰ ਦੱਸ ਦਿੰਦਾ ਹੁੰਦਾ, ਕਿਉਂਕਿ PDF ਦੇ ਵਿੱਚ ਤੁਸੀਂ ਇੱਕ ਕੁਐਸਚਨ ਹੀ ਰੀਡ ਕਰੋਗੇ, ਬਟ ਕਲਾਸ ਦੇ ਵਿੱਚ ਤੁਸੀਂ ਇੱਕ ਕੁਐਸਚਨ ਤੋਂ ਕਈ ਕੁਐਸਚਨ ਜਿਹੜੇ ਆ ਉਹ ਸਮਝ ਲਓਗੇ ਇਕੱਠੇ ਉਹ ਵੀ। ਓਕੇ, ਤਾਂ ਧਨ ਬਿੱਲ ਜਿਹੜਾ ਹੈ ਉਹ ਕਿਸ ਸਦਨ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ? ਸੋ ਇਹ ਹੈ ਜੀ ਲੋਕ ਸਭਾ ਦੇ ਵਿੱਚ, ਠੀਕ ਹੈ। ਧਿਆਨ ਨਾਲ ਸੁਣ ਲਓ ਕਿ ਜਿਹੜੇ ਬਿੱਲ ਹੁੰਦੇ ਨੇ ਇਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਧਨ ਬਿੱਲ ਹੁੰਦਾ ਹੈ, ਇੱਕ ਸਧਾਰਨ ਬਿੱਲ ਹੁੰਦਾ ਹੈਗਾ, ਠੀਕ ਹੈ। ਧਿਆਨ ਰੱਖਣਾ ਕਿ ਜਿਹੜਾ ਸਧਾਰਨ ਬਿੱਲ ਹੈ ਇਹ ਲੋਕ ਸਭਾ ਅਤੇ ਰਾਜ ਸਭਾ ਦੋਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਜਿਹੜਾ ਧਨ ਬਿੱਲ ਹੈ ਇਹ ਸਿਰਫ ਅਤੇ ਸਿਰਫ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ, ਇਹਨੂੰ ਰਾਜ ਸਭਾ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਪੂਰੀ ਦੀ ਪੂਰੀ ਕਲਾਸ ਜਿਹੜੀ ਹੈ ਉਹ ਜ਼ਰੂਰ ਦੇਖਿਆ ਕਰੋ। ਨੈਕਸਟ ਹੈ ਜੀ ਰਾਜ ਸਭਾ ਧਨ ਬਿੱਲ ਨੂੰ ਕਿੰਨੇ ਦਿਨਾਂ ਤੱਕ ਰੋਕ ਸਕਦੀ ਹੈ? ਸੋ ਧਿਆਨ ਰੱਖਣਾ ਕਿ ਲੋਕ ਸਭਾ ਕੋਲੇ ਹੀ ਧਨ ਬਿੱਲ ਨੂੰ ਲੈ ਕੇ ਜ਼ਿਆਦਾ ਸ਼ਕਤੀ ਹੈ, ਇਸ ਕਰਕੇ ਰਾਜ ਸਭਾ ਦੀ ਕੋਈ ਖਾਸ ਸ਼ਕਤੀ ਜਿਹੜੀ ਹੈ ਉਹ ਧਨ ਬਿੱਲ ਨੂੰ ਲੈ ਕੇ ਨਹੀਂ ਹੈਗੀ। ਤਾਂ ਰਾਜ ਸਭਾ ਜਿਹੜੀ ਹੈ ਉਹ ਧਨ ਬਿੱਲ ਨੂੰ ਵੱਧ ਤੋਂ ਵੱਧ 14 ਦਿਨਾਂ ਦੇ ਲਈ ਰੋਕ ਸਕਦੀ ਹੈਗੀ, ਠੀਕ ਹੈ। ਅਗਰ ਸਧਾਰਨ ਪੁੱਛ ਲੈਂਦੀ ਹੈ ਤਾਂ ਉਹਦੇ ਲਈ 6 ਮਹੀਨਿਆਂ ਦਾ ਸਮਾਂ ਹੁੰਦਾ ਹੈ, ਜੋ ਅੱਗੇ ਤੁਹਾਨੂੰ ਕੁਐਸਚਨ ਵੀ ਮਿਲ ਜਾਊਗਾ। ਧਨ ਬਿੱਲ ਜੇਕਰ ਲੋਕ ਸਭਾ ਪਾਸ ਕਰ ਦਿੰਦੀ ਹੈ ਤਾਂ ਰਾਜ ਸਭਾ ਉਸ ਨੂੰ 14 ਦਿਨਾਂ ਤੱਕ ਰੋਕ ਸਕਦੀ ਹੈ। 14ਵੇਂ ਦਿਨ ਜਿਹੜਾ ਹੈ ਉਸ ਨੂੰ ਉਸ ਤਰੀਕੇ ਦੇ ਨਾਲ ਹੀ ਪਾਸ ਸਮਝਿਆ ਜਾਊਗਾ ਜਿਸ ਤਰੀਕੇ ਨਾਲ ਉਸ ਨੂੰ ਲੋਕ ਸਭਾ ਨੇ ਪਾਸ ਕਰ ਦਿੱਤਾ ਸੀ। ਇਸ ਕਰਕੇ ਧਨ ਬਿੱਲ ਪ੍ਰਤੀ ਜਿਹੜੀ ਹੈ ਜ਼ਿਆਦਾ ਸ਼ਕਤੀ ਉਹ ਲੋਕ ਸਭਾ ਦੇ ਕੋਲੇ ਹੈਗੀ। ਨੈਕਸਟ ਕੁਐਸਚਨ ਹੈ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਸ਼ਕਤੀ ਕਿਸ ਕੋਲੇ ਹੈ ਜੀ? ਤਾਂ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਸ਼ਕਤੀ ਹੈ ਸੰਸਦ ਕੋਲੇ। ਧਿਆਨ ਰੱਖਿਓ ਕਿ ਸੰਸਦ ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੋਨੋਂ ਆਉਂਦੇ ਨੇ, ਅਤੇ ਇਹ ਦੋਨੋਂ ਮਿਲ ਕੇ ਹੀ ਜਿਹੜਾ ਹੈ ਭਾਰਤੀ ਸੰਵਿਧਾਨ ਦੇ ਵਿੱਚ ਸੋਧ ਕਰਦੇ ਹੈਗੇ ਨੇ। ਅਤੇ ਸੋਧ ਕਰਨ ਦੇ ਨਾਲ ਸੰਬੰਧਿਤ ਆਰਟੀਕਲ 368 ਹੈਗਾ ਜੋ ਕਿ ਅਸੀਂ ਦੱਖਣੀ ਅਫਰੀਕਾ ਤੋਂ ਲਿਆ ਹੋਇਆ ਕੰਸੈਪਟ ਹੈ। ਨੈਕਸਟ ਹੈ ਜੀ ਸਦਨ ਦੀ ਨਿਰਾਦਰੀ ਕਰਨ 'ਤੇ ਕਿਹੜੇ ਮੈਂਬਰ ਨੂੰ ਹਟਾ ਦਿੱਤਾ ਗਿਆ ਸੀਗਾ? ਸੋ ਵੈਸੇ ਸੰਵਿਧਾਨ ਦੇ ਵਿੱਚ ਹੈ ਨਾ ਕਹਿ ਸਕਦੇ ਹਾਂ ਜਾਂ ਸਦਨ ਦੀ ਨਿਰਾਦਰੀ ਕਰਨ ਦੇ ਉੱਪਰ ਕਿਸੇ ਵੀ ਮੈਂਬਰ ਨੂੰ ਹਟਾਇਆ ਜਾ ਸਕਦਾ ਹੈ, ਉਹ ਚਾਹੇ ਕੋਈ ਵੀ ਹੋਵੇ। ਸੋ ਇਸ ਦੀ ਐਗਜ਼ਾਮਪਲ ਮਿਲਦੀ ਹੈ ਕਿ ਇੰਦਰਾ ਗਾਂਧੀ ਨੇ ਜਿਹੜਾ ਹੈ ਸਦਨ ਦੀ ਨਿਰਾਦਰੀ ਕਰ ਦਿੱਤੀ ਸੀ, ਠੀਕ ਹੈ, ਉਹਦੇ ਕਹਿ ਸਕਦੇ ਹਾਂ ਆਪੋਜ਼ਿਟ ਬੋਲ ਦਿੱਤਾ ਸੀ। ਇਸ ਕਰਕੇ ਇੰਦਰਾ ਗਾਂਧੀ ਨੂੰ 19 ਨਵੰਬਰ 1978 ਨੂੰ ਜਿਹੜਾ ਹੈ ਮੈਂਬਰੀ ਤੋਂ ਹਟਾ ਦਿੱਤਾ ਗਿਆ ਸੀਗਾ, ਕਿਉਂਕਿ ਇਹਨੇ ਸਦਨ ਦੇ ਵਿਰੁੱਧ ਜਿਹੜਾ ਹੈ ਉਹ ਬੋਲ ਦਿੱਤਾ ਸੀ, ਨਿਰਾਦਰੀ ਜਿਹੜੀ ਹੈ ਉਹ ਕਰ ਦਿੱਤੀ ਸੀਗੀ। ਓਕੇ, ਇੱਕ ਚੀਜ਼ ਨਾ ਨੋਟ ਕਰ ਲਓ, ਸ਼ਾਇਦ ਮੈਨੂੰ ਲੱਗਦਾ ਕਿ ਮੈਂ ਵੈਸੇ ਤਾਂ ਕੁਐਸਚਨ ਬਣਾਇਆ ਹੋ, ਫਿਰ ਵੀ ਧਿਆਨ ਰੱਖਣਾ ਕਿ ਧਨ ਬਿੱਲ ਨੂੰ ਜਿਹੜੀ ਹੈ ਰਾਜ ਸਭਾ ਉਹ ਸਿਰਫ 14 ਦਿਨਾਂ ਲਈ, ਜੇ ਸਧਾਰਨ ਪੁੱਛ ਲਿਆ ਕਿ ਲੋਕ ਸਭਾ ਨੇ ਪਾਸ ਕਰ ਦਿੱਤਾ ਹੈ ਤਾਂ ਰਾਜ ਸਭਾ ਉਸ ਨੂੰ ਕਿੰਨੇ ਦਿਨਾਂ ਲਈ ਰੋਕ ਸਕਦੀ ਹੈ? 6 ਮਹੀਨਿਆਂ ਤੱਕ ਰੋਕ ਸਕਦੀ ਹੈਗੀ ਆ। ਧਿਆਨ ਰੱਖ ਲਿਓ, ਠੀਕ ਹੈ, ਦੋਨਾਂ ਬਿੱਲਾਂ ਦੀ। ਨੈਕਸਟ ਹੈ ਜੀ ਲੋਕ ਸਭਾ ਦਾ ਮੈਂਬਰ ਕਿਸ ਦੀ ਲੋਕ ਸਭਾ ਦੇ ਮੈਂਬਰ ਜਿਹੜੇ ਹੈ ਉਹ ਕਿਸ ਦੀ ਚੋਣ ਦੇ ਵਿੱਚ ਭਾਗ ਲੈਂਦੇ ਹੈਗੇ ਨੇ? ਤਾਂ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਉਹ ਭਾਗ ਲੈਂਦੇ ਨੇ ਸਪੀਕਰ ਦੀ ਚੋਣ ਦੇ ਵਿੱਚ, ਰਾਸ਼ਟਰਪਤੀ ਦੀ ਚੋਣ ਦੇ ਵਿੱਚ ਅਤੇ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ, ਠੀਕ ਹੈ। ਆਪਣੇ ਸਪੀਕਰ ਦੀ ਚੋਣ ਕਰਦੇ ਹੈ, ਰਾਸ਼ਟਰਪਤੀ ਦੀ ਚੋਣ ਕਰਦੇ ਹੈ ਅਤੇ ਉਪ ਰਾਸ਼ਟਰਪਤੀ ਦੀ ਚੋਣ ਕਰਦੇ ਨੇ ਲੋਕ ਸਭਾ ਦੇ ਮੈਂਬਰ। ਨੈਕਸਟ ਹੈ ਜੀ 6 ਨੰਬਰ ਕੁਐਸਚਨ ਰਾਜਾਂ ਦੀ ਵਿਵਸਥਾ ਜਿਸ ਰਾਜ ਸਭਾ ਹੋਊਗਾ ਰਾਜ ਸਭਾ ਦੀ ਜਿਹੜੀ ਹੈ ਵਿਵਸਥਾ ਹੈ ਉਹ ਕਿਹੜੇ ਆਰਟੀਕਲ ਦੇ ਵਿੱਚ ਕੀਤੀ ਗਈ ਹੈ? ਰਾਜ ਸਭਾ ਦੀ ਵਿਵਸਥਾ ਜਿਹੜੀ ਹੈ ਉਹ 81 ਨੰਬਰ ਆਰਟੀਕਲ ਦੇ ਵਿੱਚ ਕੀਤੀ ਗਈ ਹੈ। ਧਿਆਨ ਰੱਖਣਾ ਸੰਸਦ ਦੀ ਵਿਵਸਥਾ 79 ਦੇ ਵਿੱਚ ਹੈ, 81 ਦੇ ਵਿੱਚ ਜਿਹੜਾ ਹੈ
81 ਦੇ ਵਿੱਚ ਜਿਹੜੀ ਵਿਵਸਥਾ ਕੀਤੀ ਗਈ ਹੈ ਉਹ ਲੋਕ ਸਭਾ ਦੀ ਹੈ, ਤੇ 80 ਦੇ ਵਿੱਚ ਜਿਹੜਾ ਹੈ ਦੇਖਣ ਨੂੰ ਮਿਲਦੀ ਹੈ ਸਾਨੂੰ ਰਾਜ ਸਭਾ। ਠੀਕ ਹੈ, ਇਸ ਤਰੀਕੇ ਨਾਲ ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਤਾਂ ਆਰਟੀਕਲ 80 ਦੇ ਵਿੱਚ ਰਾਜ ਸਭਾ ਦੀ ਵਿਵਸਥਾ ਕੀਤੀ ਗਈ ਹੈ। ਨੈਕਸਟ ਹੈ ਜੀ ਉੱਪਰਲੇ ਸਦਨ ਨੂੰ। ਉੱਪਰਲਾ ਸਦਨ ਕਿਸ ਨੂੰ ਕਿਹਾ ਜਾਂਦਾ ਹੈ ਜੀ? ਤਾਂ ਉੱਪਰਲਾ ਸਦਨ ਜਿਹੜਾ ਜਾਂ ਅਪਰ ਚੈਂਬਰ ਜਿਹੜਾ ਹੈ ਜਾਂ ਦੂਜਾ ਸਦਨ ਜਿਹੜਾ ਹੈ ਉਹ ਰਾਜ ਸਭਾ ਨੂੰ ਕਿਹਾ ਜਾਂਦਾ ਹੈ। ਪਹਿਲਾ ਸਦਨ, ਠੀਕ ਹੈ, ਜਾਂ ਲੋਅਰ ਚੈਂਬਰ ਇਹ ਕਿਹਾ ਜਾਂਦਾ ਹੈ ਲੋਕ ਸਭਾ ਨੂੰ। ਠੀਕ ਹੈ, ਜਿਹੜੇ ਕਿ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹੈ। ਉੱਪਰਲਾ ਸਦਨ ਜਿਹੜਾ ਹੈ ਉਹ ਰਾਜਾਂ ਦੀ ਪ੍ਰਤੀਨਿਧਤਾ ਕਰਦੇ ਹੈਗੇ ਅਤੇ ਇਸ ਨੂੰ ਉੱਪਰਲਾ ਸਦਨ, ਅਪਰ ਚੈਂਬਰ ਜਾਂ ਫਿਰ ਦੂਜਾ ਸਦਨ ਦੇ ਨਾਮ ਨਾਲ ਵੀ ਜਾਣਦੇ ਹੈਗੇ ਨੇ। ਨੈਕਸਟ ਹੈ ਜੀ ਰਾਜ ਸਭਾ ਦੇ ਮੈਂਬਰਾਂ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ ਜੀ? ਤਾਂ ਰਾਜ ਸਭਾ ਦੇ ਜਿਹੜੇ ਲੋਕ ਮੈਂਬਰ ਨੇਗੇ ਉਹਨਾਂ ਨੂੰ ਚੁਣਿਆ ਜਾਂਦਾ ਹੈ ਰਾਜ ਵਿਧਾਨ ਸਭਾ ਦੇ ਮੈਂਬਰਾਂ ਦੇ ਦੁਆਰਾ। ਰਾਜ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ, ਤੇ ਇਹ ਰਾਜਾਂ ਨੂੰ ਹੀ ਪ੍ਰੈਜ਼ੈਂਟ ਕਰਦੇ ਹੈਗੇ ਨੇਗੇ। ਠੀਕ ਹੈ, ਨੈਕਸਟ ਕੁਐਸਚਨ ਹੈ ਜੀ ਰਾਜ ਸਭਾ ਦੇ ਵੱਧ ਤੋਂ ਵੱਧ ਮੈਂਬਰ ਕਿੰਨੇ ਹੁੰਦੇ ਹੈਗੇ ਨੇ? ਤਾਂ ਰਾਜ ਸਭਾ ਦੇ ਵੱਧ ਤੋਂ ਵੱਧ ਮੈਂਬਰ ਜਿਹੜੇ ਆ ਉਹ 250 ਹੁੰਦਾ ਹੈਗਾ ਗਾ। 250 ਮੈਂਬਰ ਜਿਹੜਾ ਹੈ ਉਹ ਰਾਜਾਂ ਦੇ ਵਿੱਚੋਂ ਲਿਆ ਜਾਂਦਾ ਹੈਗਾ ਗਾ। ਧਿਆਨ ਰੱਖਣਾ ਕਿ ਇਹਨਾਂ ਦੇ ਵਿੱਚੋਂ 238 ਮੈਂਬਰ ਜਿਹੜੇ ਹੈਗੇ ਨੇ ਉਹ ਸਟੇਟਾਂ ਦੇ ਵਿੱਚੋਂ ਅਤੇ ਯੂਨੀਅਨ ਟੈਰੀਟਰੀ ਦੇ ਵਿੱਚੋਂ ਲਏ ਜਾਂਦੇ ਹੈਗੇ ਨੇ। ਬਾਕੀ ਦੇ ਜਿਹੜੇ 12 ਮੈਂਬਰ ਬਚਦੇ ਹੈਗੇ ਨੇ ਉਹ ਪ੍ਰੈਜ਼ੀਡੈਂਟ ਦੇ ਦੁਆਰਾ ਚੁਣੇ ਜਾਂਦੇ ਹੈਗੇ ਨੇਗੇ ਜਾਂ ਨਿਯੁਕਤ ਕੀਤੇ ਜਾਂਦੇ ਹੈਗੇ ਨੇ। ਨੈਕਸਟ ਹੈ ਰਾਜ ਸਭਾ ਦੇ ਵਰਤਮਾਨ ਸਮੇਂ ਮੈਂਬਰ ਕਿੰਨੇ ਨੇ ਜੀ? ਧਿਆਨ ਰੱਖਣਾ ਕਈ ਵਾਰ ਇੱਥੇ ਵਰਤਮਾਨ ਸ਼ਬਦ ਉਹ ਨਹੀਂ ਵਰਤਦੇ, ਇੱਦਾਂ ਹੀ ਪੁੱਛ ਲੈਂਦੇ ਆ ਕਿ ਰਾਜ ਸਭਾ ਦੇ ਮੈਂਬਰ ਕਿੰਨੇ ਹੈਗੇ ਨੇ, ਤਾਂ ਅਸੀਂ ਲਾਵਾਂਗੇ 245। 245 ਮੈਂਬਰ ਨੇ। ਜੇ ਵੱਧ ਤੋਂ ਵੱਧ ਪੁੱਛ ਲਿਆ ਤਾਂ 250 ਮੈਂਬਰ ਜਿਹੜਾ ਹੈ ਇਸ ਦਾ ਬਣਦਾ ਹੈ। ਨੈਕਸਟ ਹੈ ਜੀ 11 ਨੰਬਰ ਰਾਜ ਸਭਾ ਦੀਆਂ ਸੀਟਾਂ ਸਭ ਤੋਂ ਵੱਧ ਕਿਸ ਰਾਜ ਦੀਆਂ ਹੈਗੀਆਂ ਨੇ? ਚਾਹੇ ਤਾਂ ਉਹ ਲੋਕ ਸਭਾ ਹੈ ਤੇ ਚਾਹੇ ਉਹ ਰਾਜ ਸਭਾ ਹੈ, ਦੋਨਾਂ ਦੇ ਮੈਂਬਰ ਜਿਹੜੇ ਨੇ ਉਹ ਪਾਪੂਲੇਸ਼ਨ ਦੇ ਆਧਾਰ ਦੇ ਉੱਪਰ ਬਣਾਏ ਜਾਂਦੇ ਨੇ। ਜਿਹਦੀ ਪਾਪੂਲੇਸ਼ਨ ਜ਼ਿਆਦਾ ਹੋਵੇਗੀ ਉਹਦੇ ਮੈਂਬਰ ਵੱਧ ਹੋਣਗੇ, ਜਿਹਦੀ ਪਾਪੂਲੇਸ਼ਨ ਘੱਟ ਹੋਊਗੀ ਉਹਦੀ ਜਿਹੜੇ ਕਸਦੇ ਮੈਂਬਰ ਵੀ ਘੱਟ ਹੋਣਗੇ। ਇਸੇ ਤਰੀਕੇ ਨਾਲ ਜਿਵੇਂ ਲੋਕ ਸਭਾ ਦੀ ਅਸੀਂ ਗੱਲ ਕੀਤੀ ਸੀਗੀ ਕਿ ਸਭ ਤੋਂ ਵੱਧ ਜਿਹੜੀਆਂ ਸੀਟਾਂ ਨੇਗੀਆਂ ਉਹ ਉੱਤਰ ਪ੍ਰਦੇਸ਼ ਦੀਆਂ ਨੇ, 80 ਸੀਗੀਆਂ ਲੋਕ ਸਭਾ ਦੀਆਂ। ਉਸੇ ਤਰੀਕੇ ਦੇ ਨਾਲ ਫਿਰ ਪਾਪੂਲੇਸ਼ਨ ਯੂਪੀ ਦੀ ਹੀ ਵੱਧ ਹੈ ਤਾਂ ਉੱਥੇ ਫਿਰ ਰਾਜ ਸਭਾ ਦੀਆਂ ਵੀ ਸਭ ਤੋਂ ਵੱਧ ਹੋਣਗੀਆਂ। ਤਾਂ ਉੱਤਰ ਪ੍ਰਦੇਸ਼ ਦੀਆਂ 31 ਸੀਟਾਂ ਨੇਗੀਆਂ ਜੀ ਰਾਜ ਸਭਾ ਦੇ ਵਿੱਚ ਨੇ, ਜੋ ਕਿ ਸਭ ਤੋਂ ਵੱਧ ਨੇਗੀਆਂ। ਨੈਕਸਟ ਕੁਐਸਚਨ ਹੈ ਪੰਜਾਬ ਰਾਜ ਦੀਆਂ ਰਾਜ ਸਭਾ ਦੇ ਵਿੱਚ ਕਿੰਨੀਆਂ ਸੀਟਾਂ ਨੇ ਜੀ? ਤਾਂ ਇਸ ਦੀਆਂ 7 ਸੀਟਾਂ ਨੇ। ਲੋਕ ਸਭਾ ਦੇ ਵਿੱਚ 13 ਨੇ। ਰਾਜ ਵਿਧਾਨ ਮੰਡਲ ਦੀਆਂ ਜਿਹੜੀਆਂ ਕਹਿੰਦੇ ਆ ਵਿਧਾਨ ਪ੍ਰੀਸ਼ਦ ਦੀਆਂ ਨੇ ਉਹ 117 ਸੀਟਾਂ ਨੇਗੀਆਂ। ਨੈਕਸਟ ਕੁਐਸਚਨ ਹੈ ਜੀ ਹਰਿਆਣਾ ਰਾਜ ਦੀਆਂ ਰਾਜ ਸਭਾ ਦੇ ਵਿੱਚ ਕਿੰਨੀਆਂ ਸੀਟਾਂ ਨੇ ਜੀ? ਤਾਂ ਹਰਿਆਣਾ ਰਾਜ ਦੀਆਂ ਰਾਜ ਸਭਾ ਦੇ ਵਿੱਚ ਸੀਟਾਂ ਨੇ 5 ਸੀਟਾਂ। ਨੈਕਸਟ ਕੁਐਸਚਨ ਹੈ ਜੀ ਦਿੱਲੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਰਾਜ ਸਭਾ ਦੇ ਵਿੱਚ ਕਿੰਨੀਆਂ ਸੀਟਾਂ ਨੇ ਜੀ? ਤਾਂ ਧਿਆਨ ਰੱਖਣਾ ਕਿ ਦਿੱਲੀ ਦੀ ਪਾਪੂਲੇਸ਼ਨ ਸਭ ਤੋਂ ਵੱਧ ਹੈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ, ਤਾਂ ਇਸ ਕਰਕੇ ਦਿੱਲੀ ਦੀ ਜਿਹੜੀ ਹੈ ਰਾਜ ਸਭਾ ਦੇ ਵਿੱਚ ਸੀਟਾਂ ਅਤੇ ਲੋਕ ਸਭਾ ਦੇ ਵਿੱਚ ਸੀਟਾਂ ਸਭ ਤੋਂ ਵੱਧ ਨੇਗੀਆਂ। ਤਾਂ ਇਸ ਕਰਕੇ ਰਾਜ ਸਭਾ ਦੀਆਂ ਜਿਹੜੀਆਂ ਨੇ 3 ਸੀਟਾਂ ਨੇਗੀਆਂ ਦਿੱਲੀ ਦੇ ਕੋਲੇ। ਨੈਕਸਟ ਕੁਐਸਚਨ ਹੈ ਰਾਜ ਸਭਾ ਦੇ ਕਿੰਨੇ ਮੈਂਬਰ ਰਾਸ਼ਟਰਪਤੀ ਦੇ ਦੁਆਰਾ ਚੁਣੇ ਜਾਂਦੇ ਹੈਗੇ ਨੇ? ਪਹਿਲਾਂ ਹੀ ਦੱਸਿਆ ਹੈ ਕਿ 12 ਮੈਂਬਰ ਚੁਣੇ ਜਾਂਦੇ ਹੈਗੇ ਨੇਗੇ। 12 ਮੈਂਬਰ ਕਿਹੜੇ ਕਿਹੜੇ ਹੁੰਦੇ ਨੇ? ਜਿਹੜੇ ਲਿਟਰੇਚਰ ਦੇ ਨਾਲ ਸੰਬੰਧਿਤ ਹੋਣ, ਠੀਕ ਹੈ, ਸੋਸ਼ਲ ਵਰਕਰ ਹੋਣ, ਸਾਇੰਸ ਦੇ ਨਾਲ ਸੰਬੰਧਿਤ ਹੋਣ, ਪਲੇਅਰ ਵੀ ਹੋ ਸਕਦੇ ਹੈਗੇ। ਠੀਕ ਹੈ, ਇਹਨਾਂ ਸਾਰਿਆਂ ਨੂੰ ਜਿਹੜਾ ਹੈ ਰਾਸ਼ਟਰਪਤੀ ਦੇ ਦੁਆਰਾ ਚੁਣਿਆ ਜਾਂਦਾ ਹੈਗਾ। ਇਸ ਤੋਂ ਇਲਾਵਾ ਆਰਟ ਵੀ ਸ਼ਾਮਿਲ ਹੈ। ਕਲਾ ਦੇ ਵਿੱਚ ਵੀ ਜੇਕਰ ਕੋਈ ਮਾਹਿਰ ਹੈ, ਐਕਸਪਰਟ ਹੈ, ਠੀਕ ਹੈ, ਜਿਹਦੀ ਕੋਈ ਪ੍ਰਸਿੱਧੀ ਹੈ, ਖਾਸ ਪਰਸਨੈਲਿਟੀ ਹੈ, ਉਹਨੂੰ ਰਾਸ਼ਟਰਪਤੀ ਰਾਜ ਸਭਾ ਦਾ ਮੈਂਬਰ ਨਿਯੁਕਤ ਕਰ ਸਕਦਾ ਹੈ। ਰਾਸ਼ਟਰਪਤੀ ਦੇ ਦੁਆਰਾ ਲੋਕ ਸਭਾ ਦੇ ਮੈਂਬਰ ਵੀ ਚੁਣੇ ਜਾਂਦੇ ਹੁੰਦੇ ਸੀਗੇ 2, ਬਟ ਹੁਣ ਉਹ ਰਿਮੂਵ ਕਰ ਦਿੱਤੇ ਨੇ 104 ਨੰਬਰ 100 ਦੇ ਨਾਲ। ਠੀਕ ਹੈ, ਹੁਣ ਰਾਸ਼ਟਰਪਤੀ ਲੋਕ ਸਭਾ ਦੇ ਮੈਂਬਰ ਨਹੀਂ ਚੁਣ ਸਕਦਾ, ਬਟ ਰਾਜ ਸਭਾ ਦੇ 12 ਮੈਂਬਰ ਹਲੇ ਵੀ ਚੁਣ ਸਕਦਾ ਹੈ। ਨੈਕਸਟ ਕੁਐਸਚਨ ਹੈ ਜੀ 16 ਨੰਬਰ ਰਾਜ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਜੀ? ਤਾਂ ਰਾਜ ਸਭਾ ਦਾ ਕਾਰਜਕਾਲ ਹੁੰਦਾ ਜੀ 6 ਸਾਲ। ਤਾਂ ਇਹ ਇੱਕ ਸਥਾਈ ਸਦਨ ਹੈ। ਠੀਕ ਹੈ, ਸਥਾਈ ਸਦਨ ਹੈ। ਕਈ ਵਾਰ ਇਹ ਵੀ ਪੁੱਛ ਲੈਂਦੇ ਕਿ ਸਥਾਈ ਸਦਨ ਕਿਹੜਾ ਹੈ? ਤਾਂ ਰਾਜ ਸਭਾ ਹੁੰਦਾ ਹੈ, ਕਿਉਂਕਿ ਇਹਨਾਂ ਨੂੰ ਹਟਾਇਆ ਨਹੀਂ ਜਾ ਸਕਦਾ। 6 ਸਾਲਾਂ ਦਾ ਕਾਰਜਕਾਲ ਪੂਰਾ ਹੋਣ 'ਤੇ ਹੀ ਹਟਾਇਆ ਜਾ ਸਕਦਾ ਹੈ। ਬਟ ਇਹਦੀ ਇੱਕ ਵਿਸ਼ੇਸ਼ਤਾ ਹੈ ਕਿ ਇਹਦੇ 1/3 ਮੈਂਬਰ ਜਿਹੜੇ ਹੈਗੇ ਨੇ ਉਹ ਹਰ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਹੈਗੇ ਨੇ। 1/3 ਮੈਂਬਰ ਹਰ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਨੇ, ਬਟ 6 ਸਾਲਾਂ ਦਾ ਕਾਰਜਕਾਲ ਹੈ ਤੇ ਸਥਾਈ ਸਦਨ ਕਹਾਉਂਦਾ ਹੈਗਾ ਇਹ। ਨੈਕਸਟ ਹੈ ਜੀ ਰਾਜ ਸਭਾ ਦਾ ਮੈਂਬਰ ਬਣਨ ਦੇ ਲਈ ਘੱਟੋ ਘੱਟ ਉਮਰ ਕਿੰਨੀ ਹੈ ਜੀ? ਤਾਂ ਰਾਜ ਸਭਾ ਦਾ ਮੈਂਬਰ ਬਣਨ ਦੇ ਲਈ ਘੱਟੋ ਘੱਟ ਉਮਰ ਜਿਹੜੀ ਹੈ ਉਹ 30 ਸਾਲ ਹੋਣੀ ਚਾਹੀਦੀ ਹੈਗੀ। ਨੈਕਸਟ ਕੁਐਸਚਨ ਹੈ ਜੀ ਰਾਜ ਸਭਾ ਦਾ ਕੋਰਮ ਕਿੰਨਾ ਹੁੰਦਾ ਹੈ ਜੀ? ਤਾਂ ਰਾਜ ਸਭਾ ਦਾ ਕੋਰਮ ਜਿਹੜਾ ਹੈ ਉਹ 1/10 ਹੁੰਦਾ ਹੈ। ਕੋਰਮ ਦਾ ਅਰਥ ਹੁੰਦਾ ਹੈ
ਕਿ ਜਿਹੜੀਆਂ ਰਾਜ ਸਭਾ ਦੀਆਂ ਬੈਠਕਾਂ ਹੋਣੀਆਂ ਨੇ ਉਹਦੇ ਵਿੱਚ ਕਿੰਨੇ ਮੈਂਬਰ ਹੋਣੇ ਜ਼ਰੂਰੀ ਨੇ, ਫਿਰ ਹੀ ਜਿਹੜੀ ਬੈਠਕ ਉਹ ਸ਼ੁਰੂ ਹੋਊਗੀ। ਤਾਂ 1/10 ਮੈਂਬਰ ਹੋਣੇ ਜ਼ਰੂਰੀ ਹੈਗੇ ਨੇ। ਇੱਕ ਫੈਕਟਰ ਹੋਰ ਹੁੰਦਾ 1/2/3 ਵਾਲਾ, ਇਹ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਕਿਸੇ ਬਿੱਲ ਨੂੰ ਪਾਸ ਕਰਨਾ ਹੋਵੇ, ਕਿਸੇ ਕਾਨੂੰਨ ਨੂੰ ਬਣਾਉਣਾ ਹੋਵੇ, ਤਾਂ ਉਦੋਂ 2/3 ਬਹੁਮਤ ਮਿਲਣਾ ਜ਼ਰੂਰੀ ਹੁੰਦਾ ਹੈ। ਬਟ 1/10 ਜਿਹੜਾ ਹੈ ਉਹ ਕੋਰਮ ਹੈ ਕਿਸ ਦੇ ਲਈ, ਬੈਠਕਾਂ ਦੇ ਲਈ। ਠੀਕ ਹੈ, ਸੇਮ ਹੀ ਜਿਹੜਾ ਹੈ ਉਹ ਲੋਕ ਸਭਾ ਦੇ ਵਿੱਚ ਹੈ। ਨੈਕਸਟ ਹੈ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ ਜੀ। ਤਾਂ ਰਾਜ ਸਭਾ ਦਾ ਚੇਅਰਮੈਨ ਜਿਹੜਾ ਹੈ ਉਹ ਭਾਰਤ ਦਾ ਉਪ ਰਾਸ਼ਟਰਪਤੀ ਹੁੰਦਾ ਹੈਗਾ ਗਾ। ਭਾਰਤ ਦਾ ਉਪ ਰਾਸ਼ਟਰਪਤੀ ਹੁੰਦਾ ਜਿਹੜਾ, ਉਸ ਨੂੰ ਰਾਜ ਸਭਾ ਦਾ ਚੇਅਰਮੈਨ ਜਿਹੜਾ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਰਾਜ ਸਭਾ ਦੇ ਪਹਿਲੇ ਚੇਅਰਮੈਨ। ਧਿਆਨ ਰੱਖਿਓ ਕਿ ਰਾਜ ਸਭਾ ਦਾ ਜਿਹੜਾ ਚੇਅਰਮੈਨ ਹੁੰਦਾ ਹੈ ਉਹੀ ਬੈਠਕਾਂ ਬੁਲਾਉਂਦਾ ਹੈ, ਉਹੀ ਉਸ ਦੀ ਪ੍ਰਧਾਨਗੀ ਕਰਦਾ ਹੈਗਾ ਗਾ। ਠੀਕ ਹੈ, ਕਦੋਂ ਬੈਠਕ ਹੋਊਗੀ, ਕਿਹੜੇ ਬੰਦੇ ਨੇ ਕਿਹੜਾ ਸਵਾਲ ਪੁੱਛਣਾ ਹੈ, ਕਦੋਂ ਪੁੱਛਣਾ ਹੈ, ਇਹ ਸਭ ਕੁਝ ਨਿਰਧਾਰਿਤ ਕਰਨ ਦੀ ਸ਼ਕਤੀ ਉਪ ਰਾਸ਼ਟਰਪਤੀ ਕੋਲੇ ਹੈ, ਜੋ ਕਿ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈਗਾ ਗਾ। ਓਕੇ, ਤਾਂ ਰਾਜ ਸਭਾ ਦਾ ਪਹਿਲਾ ਚੇਅਰਮੈਨ ਜਿਹੜਾ ਹੈ ਉਹ ਹੈ ਜੀ ਡਾਕਟਰ ਐਸ ਰਾਧਾ ਕ੍ਰਿਸ਼ਨਾ। ਡਾਕਟਰ ਐਸ ਰਾਧਾ ਕ੍ਰਿਸ਼ਨਾ ਹੈਗਾ ਗਾ, ਤੇ ਭਾਰਤ ਦਾ ਦੂਜਾ ਰਾਸ਼ਟਰਪਤੀ ਵੀ ਹੈ। ਓਕੇ, ਪਹਿਲਾ ਚੇਅਰਮੈਨ ਹੈਗਾ ਗਾ, ਠੀਕ ਹੈ, ਅਤੇ ਦੂਜਾ ਜਿਹੜਾ ਕਹਿ ਸਕਦੇ ਹੈਗੇ ਆਂਗੇ ਰਾਸ਼ਟਰਪਤੀ ਹੈ, ਤੇ ਪਹਿਲਾ ਉਪ ਰਾਸ਼ਟਰਪਤੀ ਹੈ। ਮੋਸਟ ਇੰਪੋਰਟੈਂਟ ਹੈ। ਨੈਕਸਟ ਹੈ ਜੀ 21 ਨੰਬਰ, ਵਰਤਮਾਨ ਸਮੇਂ ਰਾਜ ਸਭਾ ਦਾ ਚੇਅਰਮੈਨ ਕੌਣ ਹੈ ਜੀ। ਤਾਂ ਵਰਤਮਾਨ ਸਮੇਂ ਚੇਅਰਮੈਨ ਹੈ ਜੀ MB ਨਾਇਡੂ, ਜਿਹੜਾ ਕਿ 13ਵਾਂ ਉਪ ਰਾਸ਼ਟਰਪਤੀ ਹੈ, ਤੇ ਰਾਜ ਸਭਾ ਦਾ ਵੀ 13ਵਾਂ ਹੀ ਚੇਅਰਮੈਨ ਹੈ, ਐਕਸ ਆਫਿਸ ਹੈ। ਮੋਸਟ ਇੰਪੋਰਟੈਂਟ ਹੈ। ਨੈਕਸਟ ਹੈ ਜੀ ਉਪ ਰਾਸ਼ਟਰਪਤੀ ਦੀ ਤਨਖਾਹ ਕਿੰਨੀ ਹੁੰਦੀ ਹੈ ਜੀ। ਤਾਂ ਉਪ ਰਾਸ਼ਟਰਪਤੀ ਦੀ ਤਨਖਾਹ ਜਿਹੜੀ ਹੈ ਉਹ 4 ਲੱਖ ਰੁਪਏ ਹੁੰਦੀ ਹੈ। ਧਿਆਨ ਰੱਖਿਓ ਕਿ ਇੱਥੇ ਨੂੰ ਜਿਹੜੀ ਤਨਖਾਹ ਹੈ ਇਹ ਉਪ ਰਾਸ਼ਟਰਪਤੀ ਦੇ ਆਉਂਦੇ ਦੀ ਨਹੀਂ ਮਿਲਦੀ, ਇਹ ਤਨਖਾਹ ਮਿਲਦੀ ਹੈ ਇਸ ਨੂੰ ਰਾਜ ਸਭਾ ਦੇ ਚੇਅਰਮੈਨ ਦੇ ਨਾਂ 'ਤੇ। ਓਕੇ, ਨਾ ਕਿ ਉਪ ਰਾਸ਼ਟਰਪਤੀ ਦੇ। ਨੈਕਸਟ ਕੁਐਸਚਨ ਹੈ ਜੀ ਰਾਜ ਸਭਾ ਸਧਾਰਨ ਬਿੱਲ ਨੂੰ ਕਿੰਨੇ ਸਮੇਂ ਲਈ ਰੋਕ ਸਕਦੀ ਹੈ। 6 ਮਹੀਨਿਆਂ ਦੇ ਲਈ। ਸੋ ਇਹ ਕੁਐਸਚਨ ਐਡ ਕਰ ਹੀ ਦਿੱਤਾ, ਮੈਨੂੰ ਤਾਂ ਲੱਗਿਆ ਸ਼ਾਇਦ ਸਕਿਪ ਹੋ ਗਿਆ। ਰਾਜ ਸਭਾ ਦਾ ਜਿਹੜਾ ਹੈ ਸਧਾਰਨ ਬਿੱਲ ਨੂੰ ਕਿੰਨੇ ਸਮੇਂ ਤੱਕ ਰੋਕ ਸਕਦੀ ਹੈ ਜੀ, 6 ਮਹੀਨਿਆਂ ਤੱਕ। ਅਗਰ ਪੁੱਛ ਲਿਆ ਹੈ ਧਨ ਬਿੱਲ ਨੂੰ, ਤਾਂ ਧਨ ਬਿੱਲ ਨੂੰ 14 ਦਿਨਾਂ ਦੀ ਰੋਕ ਸਕਦੀ ਹੈਗੀ। ਨੈਕਸਟ ਹੈ ਜੀ ਰਾਜ ਸਭਾ ਦਾ ਵਿਸ਼ੇਸ਼ ਸਮਾਗਮ ਕਦੋਂ ਬੁਲਾਇਆ ਜਾਂਦਾ ਹੈ। ਤਾਂ ਰਾਜ ਸਭਾ ਦਾ ਵਿਸ਼ੇਸ਼ ਸਮਾਗਮ ਜਿਹੜਾ ਹੈ ਕਦੋਂ ਬੁਲਾਇਆ ਜਾਂਦਾ, ਨਹੀਂ ਇੱਥੇ ਗਿਆ ਸੀ ਬੁਲਾਇਆ ਗਿਆ। ਠੀਕ ਹੈ, ਕਈ ਵਾਰ ਜਿਹੜਾ ਕਹਿ ਸਕਦਾ ਕੋਈ ਇਹੋ ਜਿਹੀ ਸਮੱਸਿਆ ਆਵੇ ਜਿਹਦੇ ਬਾਰੇ ਕੋਈ ਮਤਭੇਦ ਹੋ ਜਾਂਦਾ, ਤਾਂ ਉੱਥੇ ਲੋਕ ਸਭਾ ਜਾਂ ਰਾਜ ਸਭਾ ਜਿਹੜੇ ਉਹ ਵਿਸ਼ੇਸ਼ ਸਮਾਗਮ ਬੁਲਾ ਸਕਦੀ ਹੈਗੀ। ਠੀਕ ਹੈ, ਇਹ ਸ਼ਕਤੀ ਜਿਹੜੀ ਹੁੰਦੀ ਹੈ ਇਹ ਰਾਸ਼ਟਰਪਤੀ ਕੋਲੇ ਹੁੰਦੀ ਹੈ ਕਿ ਵਿਸ਼ੇਸ਼ ਸਮਾਗਮ ਕੌਣ ਬੁਲਾਵੇਗਾ। ਓਕੇ, ਇਸ ਕਰਕੇ ਇਹ ਬੁਲਾਇਆ ਗਿਆ ਸੀਗਾ ਜੀ ਅੱਤਵਾਦ ਰੋਕਥਾਮ ਬਿੱਲ ਨੂੰ ਲੈ ਕੇ। ਅੱਤਵਾਦ ਰੋਕਥਾਮ ਬਿੱਲ ਨੂੰ ਲੈ ਕੇ ਬੁਲਾਇਆ ਗਿਆ ਸੀਗਾ ਵਿਸ਼ੇਸ਼ ਸਮਾਗਮ ਰਾਸ਼ਟਰਪਤੀ ਦੇ ਦੁਆਰਾ ਰਾਜ ਸਭਾ ਦਾ, ਔਰ ਇਹ 26 ਮਾਰਚ 2002 ਨੂੰ ਬੁਲਾਇਆ ਗਿਆ ਸੀਗਾ। 26 ਮਾਰਚ 2002 ਨੂੰ। ਨੈਕਸਟ ਕੁਐਸਚਨ ਹੈ ਉਪ ਰਾਸ਼ਟਰਪਤੀ ਦੇ ਉੱਪਰ ਮਹਾਦੋਸ਼ ਦਾ ਮੁਕੱਦਮਾ ਕੌਣ ਲਗਾ ਸਕਦਾ ਹੈ। ਤਾਂ ਉਪ ਰਾਸ਼ਟਰਪਤੀ ਦੇ ਉੱਪਰ ਮਹਾਦੋਸ਼ ਦਾ ਮੁਕੱਦਮਾ ਜਿਹੜਾ ਹੈ ਉਹ ਰਾਜ ਸਭਾ ਲਗਾ ਸਕਦੀ ਹੈਗੀ। ਕਿਉਂ ਲਗਾ ਸਕਦੀ ਹੈ, ਕਿਉਂਕਿ ਉਪ ਰਾਸ਼ਟਰਪਤੀ ਜਿਹੜਾ ਹੈ ਉਹ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ। ਸੋ ਇਸ ਕਰਕੇ ਇਹਦੇ ਉੱਪਰ ਮੁਕੱਦਮਾ ਜਿਹੜਾ ਚੱਲੂਗਾ, ਇੰਪੀਚਮੈਂਟ ਜਿਹੜੀ ਚੱਲੂਗੀ ਉਹ ਰਾਜ ਸਭਾ ਹੀ ਲਗਾ ਸਕਦੀ ਹੈ। ਇਸੇ ਦੀ ਕਹਿ ਸਕਦੇ ਹੋ ਨਾ, ਇਸੇ ਦੇ ਕਾਰਨ ਕਰਕੇ ਹੀ ਉਪ ਰਾਸ਼ਟਰਪਤੀ ਨੂੰ ਆਉਂਦੇ ਤੋਂ ਹਟਾਇਆ ਜਾ ਸਕਦਾ, ਨਹੀਂ ਤਾਂ ਉਸ ਨੂੰ ਹਟਾਇਆ ਹੀ ਨਹੀਂ ਜਾ ਸਕਦਾ। ਸੇਮ ਹੀ ਪ੍ਰੋਸੈਸ ਜਿਹੜਾ ਹੈ ਉਹ ਰਾਸ਼ਟਰਪਤੀ ਦਾ ਹੁੰਦਾ ਹੈ। ਠੀਕ ਹੈ, ਬਟ ਰਾਸ਼ਟਰਪਤੀ ਦੇ ਪ੍ਰਤੀ ਲੋਕ ਸਭਾ ਜਾਂ ਰਾਜ ਸਭਾ ਦੋਨੋਂ ਹੀ ਕੋਈ ਵੀ ਜਿਹੜਾ ਕਹਿ ਮੁਕੱਦਮਾ ਚਲਾ ਸਕਦੇ ਹੈਗੇ ਨੇ, ਬਟ ਉਹਦੇ ਲਈ ਇਹ ਜ਼ਰੂਰੀ ਹੈ ਕਿ ਉਹਨੂੰ 14 ਦਿਨ ਪਹਿਲਾਂ ਜਿਹੜਾ ਹੈ ਨੋਟੀਫਿਕੇਸ਼ਨ ਦੇਣਾ ਜ਼ਰੂਰੀ ਹੈਗਾ। ਠੀਕ ਹੈ, ਹਦਾਇਤ ਦੇਣੀ ਕਿ ਅਸੀਂ ਭਾਈ ਤੇਰੇ 'ਤੇ ਮੁਕੱਦਮਾ ਲਗਾਉਣ ਜਾ ਰਹੇ ਹਾਂ, ਇਹ ਦੇਣਾ ਜ਼ਰੂਰੀ ਹੈਗਾ 14 ਦਿਨ ਪਹਿਲਾਂ। ਨੈਕਸਟ ਕੁਐਸਚਨ ਹੈ ਜੀ ਬਿੱਲ ਦੀਆਂ ਪੜਤਾਂ ਕਿੰਨੀਆਂ ਹੁੰਦੀਆਂ ਨੇ। ਤਾਂ ਬਿੱਲ ਦੀਆਂ 3 ਪੜਤਾਂ ਹੁੰਦੀਆਂ ਨੇ। ਪਹਿਲੇ ਸਧਾਰਨ ਜਿਹੜੀ ਕਹਿ ਸਕਦੇ ਹਾਂ ਨਾ, ਜਿਹਦੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਫਿਰ ਉਸਦੀ ਜਿਹੜੀ ਕਹਿ ਸਕਦੇ ਨਾ ਬੈਨੀਫਿਟ ਦੱਸੇ ਜਾਂਦੇ ਹੈਗੇ ਨੇ, ਫਿਰ ਆਖਰ ਦੇ ਵਿੱਚ ਉਹਦੀ ਜਿਹੜੀ ਡਿਸਕਸ਼ਨ ਹੁੰਦੀ ਹੈ ਕਿ ਕੀ ਚੀਜ਼ ਹੋਣੀ ਚਾਹੀਦੀ ਹੈ ਕੀ ਨਹੀਂ ਹੋਣੀ, ਅਤੇ ਫਾਈਨਲ ਇਸ ਨੂੰ ਪਾਸ ਕਰ ਦਿੱਤਾ ਜਾਂਦਾ ਹੈ। ਤਾਂ ਬਿੱਲ ਦੀਆਂ ਟੋਟਲ 3 ਪੜਤਾਂ ਹੁੰਦੀਆਂ ਨੇ। ਨੈਕਸਟ ਹੈ ਜੀ ਦੇਸ਼ ਦਾ ਸ਼ਾਸਨ ਕਿਸ ਦੇ ਨਾਮ 'ਤੇ ਚਲਾਇਆ ਜਾਂਦਾ ਹੈ। ਤਾਂ ਦੇਸ਼ ਦਾ ਮੀਨਸ ਭਾਰਤ ਦਾ ਸ਼ਾਸਨ ਜਿਹੜਾ ਹੈ ਉਹ ਰਾਸ਼ਟਰਪਤੀ ਦੇ ਨਾਮ ਦੇ ਉੱਪਰ ਚਲਾਇਆ ਜਾਂਦਾ ਹੈ, ਬਟ ਇਹ ਨਾ ਮਾਤਰ ਕਾਰਜਪਾਲਿਕਾ ਹੁੰਦਾ ਹੈ, ਕਿਉਂਕਿ ਸੰਵਿਧਾਨ ਨੇ ਸਾਰੀਆਂ ਸ਼ਕਤੀਆਂ ਤਾਂ ਦਿੱਤੀਆਂ ਹੋਈਆਂ ਨੇ, ਬਟ ਇਹ ਇਹਨਾਂ ਸ਼ਕਤੀਆਂ ਦਾ ਇਸਤੇਮਾਲ ਨਹੀਂ ਕਰ ਸਕਦਾ ਰਾਸ਼ਟਰਪਤੀ। ਇਸ ਕਰਕੇ ਇਸ ਨੂੰ ਭਾਰਤ ਦਾ ਨਾ ਮਾਤਰ ਕਾਰਜਪਾਲਿਕਾ ਕਿਹਾ ਜਾਂਦਾ ਹੈ, ਅਤੇ ਅਸਲੀ ਕਾਰਜਪਾਲਿਕਾ ਜਿਹੜੀ ਹੈ ਉਹ ਮੰਤਰੀ ਪਰਿਸ਼ਦ ਹੁੰਦੀ ਹੈਗੀ ਆ। ਨੈਕਸਟ ਹੈ ਭਾਰਤ ਦਾ ਰਾਸ਼ਟਰਪਤੀ ਬਣਨ ਲਈ ਕਿੰਨੀ ਉਮਰ ਨਿਸ਼ਚਿਤ ਕੀਤੀ ਗਈ ਹੈ। ਸੋ ਜੇਕਰ ਕੋਈ ਵਿਅਕਤੀ ਭਾਰਤ ਦਾ ਰਾਸ਼ਟਰਪਤੀ ਬਣਨਾ ਚਾਹੁੰਦਾ ਹੈ ਤਾਂ ਉਹਦੇ ਲਈ ਉਮਰ ਜਿਹੜੀ ਹੈ ਉਹ 35 ਸਾਲ ਦੀ ਨਿਰਧਾਰਿਤ ਕੀਤੀ ਗਈ ਹੈਗੀ। ਇਸ ਤੋਂ ਇਲਾਵਾ ਇਹ ਵੀ ਯਾਦ ਰੱਖ ਲਿਓ ਕਿ ਜਿਹੜਾ ਭਾਰਤ ਦਾ ਰਾਸ਼ਟਰਪਤੀ ਹੁੰਦਾ ਹੈ ਇਹ ਫਸਟ ਨਾਗਰਿਕ ਹੁੰਦਾ ਹੈ, ਫਸਟ ਸਿਟੀਜ਼ਨ ਹੁੰਦਾ ਹੈ ਭਾਰਤ ਦਾ, ਅਤੇ ਸੈਕੰਡ ਜਿਹੜਾ ਹੈ ਉਹ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ। ਓਕੇ,
ਨੈਕਸਟ ਕੁਐਸਚਨ ਹੈ ਸੰਵਿਧਾਨ ਦਾ ਕਿਹੜਾ ਭਾਗ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਹੈ। ਸੰਵਿਧਾਨ ਦਾ ਭਾਗ ਪੰਜਵਾਂ ਜਿਹੜਾ ਹੈ ਉਹ ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ, ਉਹਦੀ ਸਥਿਤੀ ਨਾਲ ਸੰਬੰਧਿਤ, ਉਸਦੇ ਅਹੁਦੇ ਨਾਲ ਸੰਬੰਧਿਤ, ਉਸਦੀ ਤਨਖਾਹ ਦੇ ਨਾਲ ਸੰਬੰਧਿਤ ਹੁੰਦਾ ਹੈ ਪੰਜਵਾਂ ਭਾਗ ਸਾਡੇ ਸੰਵਿਧਾਨ ਦਾ। ਨੈਕਸਟ ਹੈ ਭਾਰਤ ਦੇ ਰਾਸ਼ਟਰਪਤੀ ਦੀ ਵਿਵਸਥਾ ਕੀਤੀ ਗਈ ਹੈ ਜੀ, ਮੀਨਜ਼ ਕਿਹੜੇ ਆਰਟੀਕਲ ਦੇ ਵਿੱਚ ਕੀਤੀ ਗਈ ਹੈ। ਤਾਂ ਆਰਟੀਕਲ 52 ਦੇ ਵਿੱਚ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ। ਸੋ ਇਸ ਅਹੁਦੇ ਦੀ ਵਿਵਸਥਾ ਕੀਤੀ ਗਈ ਹੈ 52 ਨੰਬਰ ਆਰਟੀਕਲ। ਨੈਕਸਟ ਕੁਐਸਚਨ ਹੈ ਜੀ ਕਾਰਜਪਾਲਿਕਾ ਦੇ ਵਿੱਚ ਸ਼ਾਮਲ ਹੈ ਜੀ। ਸੋ ਕਾਰਜਪਾਲਿਕਾ ਦੇ ਵਿੱਚ ਸ਼ਾਮਲ ਹੈ ਜੀ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਮੰਤਰੀ ਮੰਡਲ। ਓਕੇ, ਰਾਸ਼ਟਰਪਤੀ ਜਿਹੜਾ ਹੈ ਉਹ ਨਾਮਮਾਤਰ ਕਾਰਜਪਾਲਿਕਾ ਹੈ ਅਤੇ ਮੰਤਰੀ ਮੰਡਲ ਜਿਹੜਾ ਹੈ ਉਹ ਅਸਲੀ ਕਾਰਜਪਾਲਿਕਾ ਹੈ ਜਿਹਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ। ਨੈਕਸਟ ਕੁਐਸਚਨ ਹੈ ਰਾਸ਼ਟਰਪਤੀ ਦੀ ਯੋਗਤਾ ਦਾ ਵਰਣਨ ਕਿਹੜੇ ਅਨੁਛੇਦ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਰਾਸ਼ਟਰਪਤੀ ਭਾਰਤ ਦਾ ਨਾਗਰਿਕ ਹੋਵੇਗਾ, 35 ਸਾਲ ਦੀ ਉਮਰ ਹੋਵੇਗੀ, ਕਿਸੇ ਤਰ੍ਹਾਂ ਦਾ ਜਿਹੜਾ ਕ੍ਰਾਈਮ ਨਹੀਂ ਹੋਊਗਾ। ਇਹ ਯੋਗਤਾ ਜਿਹੜੀ ਹੈ ਕਿਹੜੇ ਅਨੁਛੇਦ ਦੇ ਵਿੱਚ ਦੱਸੀ ਗਈ ਹੈ। ਤਾਂ ਅਨੁਛੇਦ 58 ਦੇ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, ਉਹਦੀ ਉਮਰ 35 ਸਾਲਾਂ ਤੋਂ ਘੱਟ ਨਹੀਂ ਹੋਣੀ ਚਾਹੀਦੀ, ਉਹਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਹੋਣਾ ਚਾਹੀਦਾ। ਇਹ 58 ਨੰਬਰ ਅਨੁਛੇਦ ਦੇ ਵਿੱਚ ਹੈ। ਨੈਕਸਟ ਹੈ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਜੀ। ਤਾਂ ਰਾਸ਼ਟਰਪਤੀ ਜਿਹੜਾ ਹੈ ਉਹ 5 ਸਾਲਾਂ ਦੇ ਲਈ ਚੁਣਿਆ ਜਾਂਦਾ ਹੈ ਅਤੇ ਇਸ ਨੂੰ 5 ਸਾਲਾਂ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ ਮਹਾਦੋਸ਼ ਦੇ ਮੁਕੱਦਮੇ ਦੇ ਨਾਲ, ਇੰਪੀਚਮੈਂਟ ਦੇ ਨਾਲ। ਠੀਕ ਹੈ, ਅਤੇ ਜਿਹੜਾ ਇਹ ਇੰਪੀਚਮੈਂਟ ਦਾ ਜਿਹੜਾ ਕੰਸੈਪਟ ਹੈ ਇਹ ਅਸੀਂ USA ਤੋਂ ਲਿਆ ਹੋਇਆ, ਇਹ USA ਤੋਂ ਲਿਆ ਹੋਇਆ ਕੰਸੈਪਟ ਹੈ। ਨੈਕਸਟ ਹੈ ਜੀ ਰਾਸ਼ਟਰਪਤੀ ਨੂੰ ਤਨਖਾਹ ਕਿੰਨੀ ਦਿੱਤੀ ਜਾਂਦੀ ਹੈ ਜੀ। ਰਾਸ਼ਟਰਪਤੀ ਦੀ ਤਨਖਾਹ ਹੈ ਜੀ 5 ਲੱਖ ਰੁਪਈਆ ਅਤੇ ਵਾਈਸ ਪ੍ਰੈਜ਼ੀਡੈਂਟ ਦੀ ਤਨਖਾਹ 4 ਲੱਖ ਰੁਪਈਆ ਹੈ ਅਤੇ ਰਾਸ਼ਟਰਪਤੀ ਦੀ ਤਨਖਾਹ 5 ਲੱਖ ਰੁਪਈਆ ਹੈਗਾ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦਾ ਜਿਹੜਾ ਆਉਂਦਾ ਹੈ ਇਹ ਵੀ ਅਸੀਂ USA ਤੋਂ ਲਿਆ ਹੈ, ਇਹ ਵੀ ਨੋਟ ਕਰ ਲਿਓ। ਨੈਕਸਟ ਹੈ ਜੀ ਰਾਸ਼ਟਰਪਤੀ ਦੀ ਚੋਣ ਵਿਧੀ ਕਿਹੜੀ ਹੈ, ਜਿਸ ਵਿਧੀ ਦੇ ਨਾਲ ਰਾਸ਼ਟਰਪਤੀ ਨੂੰ ਚੁਣਿਆ ਜਾਂਦਾ ਹੈ ਜੀ। ਤਾਂ ਇਸ ਲਈ ਚੁਣੀ ਜਿਹੜੀ ਜਾਂਦੀ ਹੈ ਉਹ ਵਿਧੀ ਹੈ ਸਿੰਗਲ ਟ੍ਰਾਂਸਫਰੇਬਲ ਵੋਟਿੰਗ ਸਿਸਟਮ। ਇਹਨੂੰ ਲੋਕ ਨਹੀਂ ਚੁਣਦੇ, ਠੀਕ ਹੈ, ਇਹਨੂੰ ਲੋਕ ਨਹੀਂ ਚੁਣਦੇ ਹੈਗੇ, ਇਹਦੇ ਲਈ ਲੋਕ ਸਭਾ, ਰਾਜ ਸਭਾ ਅਤੇ ਰਾਜ ਦੀਆਂ ਵਿਧਾਨ ਮੰਡਲਾਂ ਦੇ ਜਿਹੜੇ ਮੈਂਬਰ ਨੇ ਉਹ ਚੁਣਦੇ ਹੈਗੇ ਨੇ ਅਤੇ ਇਸ ਪ੍ਰਕਿਰਿਆ ਨੂੰ ਸਿੰਗਲ ਟ੍ਰਾਂਸਫਰੇਬਲ ਵੋਟਿੰਗ ਸਿਸਟਮ ਕਿਹਾ ਜਾਂਦਾ ਹੈਗਾ। ਮੀਨਜ਼ ਕਿ ਸਾਰਿਆਂ ਦੇ ਪੱਖ ਦੇ ਵਿੱਚ ਵੋਟਾਂ ਪਾਈਆਂ ਜਾਂਦੀਆਂ ਨੇ, ਜਿਹਨੂੰ ਬਹੁਮਤ ਮਿਲੂਗਾ ਉਸੇ ਨੂੰ ਹੀ ਰਾਸ਼ਟਰਪਤੀ ਬਣਾਇਆ ਜਾਂਦਾ ਹੈ। ਨੈਕਸਟ ਹੈ ਜੀ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ ਜੀ। ਸੋ ਰਾਸ਼ਟਰਪਤੀ ਨੂੰ ਸਹੁੰ ਚੁਕਾਈ ਜਾਂਦੀ ਹੈ ਸਰਵ ਉੱਚ ਅਦਾਲਤ ਦੇ ਮੁੱਖ ਜੱਜ ਦੇ ਦੁਆਰਾ ਆਰਟੀਕਲ 60 ਦੇ ਅਧੀਨ। ਠੀਕ ਹੈ, ਆਰਟੀਕਲ 60 ਦੇ ਅਧੀਨ ਰਾਸ਼ਟਰਪਤੀ ਨੂੰ ਜਿਹੜਾ ਹੈ ਸਹੁੰ ਚੁਕਾਊਗਾ ਉਹ ਸਰਵਉੱਚ ਅਦਾਲਤ ਦਾ ਮੁੱਖ ਜੱਜ ਚੁਕਾਊਗਾ। ਇੱਕ ਫੈਕਟਰ ਹੋਰ ਹੈ ਕਿ ਜਿਹੜਾ ਸਰਵਉੱਚ ਅਦਾਲਤ ਦਾ ਮੁੱਖ ਜੱਜ ਹੈ ਉਹਨੂੰ ਸਹੁੰ ਚੁਕਾਉਂਦਾ ਹੈ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਨੂੰ ਚੁਕਾਉਂਦਾ ਹੈ ਸਹੁੰ ਉਸ ਦਾ ਮੁੱਖ ਜੱਜ ਸਰਵਉੱਚ ਅਦਾਲਤ ਦਾ, ਸੁਪਰੀਮ ਕੋਰਟ ਦਾ। ਨੈਕਸਟ ਹੈ ਜੀ ਰਾਸ਼ਟਰਪਤੀ ਨੂੰ ਕਿਹੜੀ ਵਿਧੀ ਦੇ ਨਾਲ ਹਟਾਇਆ ਜਾ ਸਕਦਾ ਹੈ। ਸੋ ਇਹ ਵਿਧੀ ਹੈ ਜੀ ਮਹਾਦੋਸ਼ ਦਾ ਮੁਕੱਦਮਾ, ਜਿਹਨੂੰ ਇੰਪੀਚਮੈਂਟ ਕਹਿੰਦੇ ਨੇ। ਇਹਦਾ ਵਰਣਨ ਆਰਟੀਕਲ 61 ਦੇ ਵਿੱਚ ਹੈ ਅਤੇ ਇਹ ਕੰਸੈਪਟ ਅਸੀਂ USA ਤੋਂ ਲਿਆ ਹੋਇਆ ਹੈ ਕਿ ਕਿਵੇਂ ਅਸੀਂ ਭਾਰਤ ਦੇ ਰਾਸ਼ਟਰਪਤੀ ਨੂੰ ਹਟਾ ਸਕਦੇ ਹੈਗੇ ਹਾਂ। ਠੀਕ ਹੈ, ਬਟ ਹਾਲੇ ਤੱਕ ਇਹ ਕਦੇ ਲੱਗਿਆ ਨਹੀਂ ਹੈ ਇੰਪੀਚਮੈਂਟ ਵਾਲਾ, ਜੇਕਰ ਉਹ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਦਾ ਹੈ ਜਾਂ ਕੁਛ ਵੀ ਕਰਦਾ ਹੈ, ਬਟ ਇਹ ਹਾਲੇ ਤੱਕ ਕਦੇ ਲੱਗਿਆ ਨਹੀਂ ਕਿਸੇ ਦੇ ਉੱਪਰ ਵੀ। ਨੈਕਸਟ ਹੈ ਜੀ ਰਾਸ਼ਟਰਪਤੀ ਕਿਸ ਦੀ ਨਿਯੁਕਤੀ ਕਰਦਾ ਹੈ ਹੇਠ ਲਿਖਿਆਂ ਦੇ ਵਿੱਚੋਂ। ਤਾਂ ਰਾਸ਼ਟਰਪਤੀ ਜਿਹੜਾ ਹੈ ਨਿਯੁਕਤੀ ਕਰਦਾ ਹੈ ਜੀ ਭਾਰਤ ਦੇ ਪ੍ਰਧਾਨ ਮੰਤਰੀ ਦੀ। ਬਟ ਧਿਆਨ ਰੱਖਣਾ ਕਿ ਇਹ ਉਸੇ ਵਿਅਕਤੀ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕਰੂਗਾ ਜਿਹਨੂੰ ਲੋਕ ਸਭਾ ਦੇ ਵਿੱਚ ਬਹੁਮਤ ਮਿਲਿਆ ਹੋਊਗਾ। ਠੀਕ ਹੈ, ਬਟ ਜੇ ਕਿਸੇ ਨੂੰ ਬਹੁਮਤ ਨਹੀਂ ਮਿਲਿਆ ਹੋਊਗਾ ਤਾਂ ਇਹ ਆਪਣੀ ਸੁਤੰਤਰ ਇੱਛਾ ਦਾ ਇਸਤੇਮਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਮਦਦ ਦੇ ਨਾਲ ਮੰਤਰੀ ਪਰਿਸ਼ਦ ਦਾ ਜਿਹੜਾ ਇਸ ਦਾ ਨਿਰਮਾਣ ਕਰੂਗਾ, ਮੀਨਜ਼ ਮੈਂਬਰ ਚੁਣੂਗਾ। ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਕਰਦਾ ਹੈਗਾ। ਠੀਕ ਹੈ, ਅਟਾਰਨੀ ਜਨਰਲ ਦੀ ਨਿਯੁਕਤੀ ਕਰਦਾ ਹੈ, ਲੋਕ ਸੇਵਾ ਆਯੋਗ ਦੇ ਚੇਅਰਮੈਨ ਦੀ ਜਿਹੜੀ ਨਿਯੁਕਤੀ ਕਰਦਾ ਹੈ ਅਤੇ ਰਾਜਾਂ ਦੇ ਰਾਜਪਾਲ ਦੀ ਨਿਯੁਕਤੀ ਕਰਦਾ ਹੈ। ਇਹ ਸਾਰੀਆਂ ਨਿਯੁਕਤੀਆਂ ਰਾਸ਼ਟਰਪਤੀ ਦੇ ਦੁਆਰਾ ਕੀਤੀਆਂ ਜਾਂਦੀਆਂ ਨੇ। ਨੈਕਸਟ ਕੁਐਸਚਨ ਹੈ ਜੀ ਪਾਕਟ ਵੀਟੋ ਪਾਵਰ ਦਾ ਪ੍ਰਯੋਗ ਭਾਰਤ ਦੇ ਕਿਸ ਰਾਸ਼ਟਰਪਤੀ ਨੇ ਕੀਤਾ ਸੀ। ਸੋ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਪਾਕਟ ਵੀਟੋ ਦਾ ਜਿਹੜਾ ਪਾਵਰ ਹੈ ਹੁੰਦੀ ਕੀ ਹੈਗੀ। ਠੀਕ ਹੈ, ਪਾਕਟ ਵੀਟੋ ਪਾਵਰ ਜਿਹੜੀ ਹੈ ਇਹ ਵੀ ਅਸੀਂ USA ਤੋਂ ਹੀ ਲਈ ਹੈਗੀ। ਇਹਦਾ ਮਤਲਬ ਹੁੰਦਾ ਹੈ ਕਿ ਰਾਸ਼ਟਰਪਤੀ ਜਿਹੜਾ ਲੋਕ ਸਭਾ ਦੇ ਦੁਆਰਾ ਜਾਂ ਰਾਜ ਸਭਾ ਦੇ ਦੁਆਰਾ ਬਿੱਲ ਪਾਸ ਹੋਇਆ ਹੈ ਉਸ ਨੂੰ ਨਾ ਤਾਂ ਉਹ ਪਾਸ ਕਰਦਾ ਹੈ, ਠੀਕ ਹੈ, ਅਤੇ ਨਾ ਹੀ ਉਸ ਦੇ ਉੱਪਰ ਚਰਚਾ ਕਰਦਾ ਹੈ ਅਤੇ ਨਾ ਹੀ ਉਸ ਨੂੰ ਵਾਪਸ ਭੇਜਦਾ ਹੈ। ਨਾ ਤਾਂ ਉਸ ਦੇ ਉੱਪਰ ਨਾ ਤਾਂ ਉਹਨੂੰ ਪਾਸ ਕਰਦਾ ਹੈ, ਨਾ ਉਹਦੇ ਉੱਪਰ ਕਹਿ ਸਕਦੇ ਕਿਸੇ ਤਰ੍ਹਾਂ ਦੀ ਸੋਧ ਕਰਦਾ ਹੈ ਅਤੇ ਨਾ ਉਸ ਨੂੰ ਕਹਿ ਸਕਦੇ ਹੈਗੇ ਅੱਗੇ ਵਾਪਸ ਭੇਜਦਾ ਹੈ, ਮੀਨਜ਼ ਆਪਣੇ ਕੋਲ ਹੀ ਰੱਖ ਲੈਂਦਾ ਹੈਗਾ। ਤਾਂ ਇਸ ਵਿਧੀ ਨੂੰ ਕਿਹਾ ਜਾਂਦਾ ਹੈ ਪਾਕਟ ਵੀਟੋ ਪਾਵਰ ਅਤੇ ਇਹ ਭਾਰਤ ਦੇ ਵਿੱਚ ਇੱਕੋ ਵਾਰ ਇੱਕ ਹੀ ਰਾਸ਼ਟਰਪਤੀ ਨੇ ਇਸ ਦਾ ਪ੍ਰਯੋਗ ਕੀਤਾ ਹੈ ਜੋ ਕਿ ਪੰਜਾਬ ਤੋਂ ਸੀਗੇ, ਜਿਹਦਾ ਨਾਮ ਸੀਗਾ ਗਿਆਨੀ ਜੈਲ ਸਿੰਘ। ਸੋ ਇਹਨੇ ਇੱਕ ਵਾਰ ਹੀ ਪਾਕਟ ਵੀਟੋ ਜਿਹੜਾ ਪਾਵਰ ਹੈ ਇਸ ਦਾ ਇਸਤੇਮਾਲ ਕੀਤਾ ਹੈ। ਇਹ ਕੀਤਾ ਸੀ ਐਕਟ ਦੇ ਨਾਲ, ਬਿੱਲ ਸੀਗਾ ਇਹ ਇੰਡੀਅਨ ਪੋਸਟ ਆਫਿਸ ਬਿੱਲ
1986 ਦੇ ਵਿੱਚ ਪੇਸ਼ ਕੀਤਾ ਗਿਆ ਸੀ। ਇਹਨੂੰ ਨਾ ਤਾਂ ਪਾਸ ਕੀਤਾ ਗਿਆ, ਨਾ ਵਾਪਸ ਕੀਤਾ ਗਿਆ, ਨਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਸੋਧ ਕੀਤੀ ਗਈ। ਇਸ ਕਰਕੇ ਇਹ ਰਾਸ਼ਟਰਪਤੀ ਦੇ ਕੋਲ ਹੀ ਰਹਿ ਗਿਆ ਸੀਗਾ। ਠੀਕ ਹੈ, ਇਸੇ ਚੀਜ਼ ਨੂੰ ਹੀ ਪਾਕਟ ਵੀਟੋ ਪਾਵਰ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ, ਰਾਸ਼ਟਰਪਤੀ ਕਿਸ ਅਨੁਛੇਦ ਦੇ ਅਨੁਸਾਰ ਕਿਸੇ ਕੈਦੀ ਦੀ ਸਜ਼ਾ ਨੂੰ ਘੱਟ ਕਰਵਾ ਸਕਦਾ ਹੈ? ਤਾਂ ਇਹ ਸ਼ਕਤੀ ਹੈ ਜੀ ਅਨੁਛੇਦ 72 ਦੇ ਵਿੱਚ ਰਾਸ਼ਟਰਪਤੀ ਕਿਸੇ ਵੀ ਕੈਦੀ ਦੀ ਸਜ਼ਾ ਨੂੰ ਘੱਟ ਕਰਵਾ ਸਕਦਾ ਹੈ, ਮਾਫ ਕਰਵਾ ਸਕਦਾ ਹੈ। ਠੀਕ ਹੈ, ਮਾਫ ਕਰਾਉਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਨੂੰ ਬਿਲਕੁਲ ਛੁਡਾ ਦੇਵੇਗਾ। ਸੋ ਜੇਕਰ ਕਿਸੇ ਵਿਅਕਤੀ ਨੂੰ ਉਮਰ ਕੈਦ ਹੋਈ ਹੈ ਤਾਂ ਉਹਨੂੰ ਥੋੜ੍ਹੇ ਜਿਹੇ ਕਹਿੰਦੇ 20 ਸਾਲਾਂ ਦੇ ਵਿੱਚ ਤਬਦੀਲ ਕਰ ਦੇਵੇਗਾ। ਜੇ ਕਿਸੇ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਤਾਂ ਉਹਨੂੰ ਕੈਦ ਦੇ ਉਮਰ ਕੈਦ ਦੇ ਵਿੱਚ ਤਬਦੀਲ ਕਰਾ ਸਕਦਾ ਹੈ, ਪੂਰਨ ਤੌਰ 'ਤੇ ਮਾਫੀ ਨਹੀਂ ਦਵਾ ਸਕਦਾ। ਇਹ ਵੀ ਯਾਦ ਰੱਖਣਾ ਹੈ, ਇਹ ਕੰਮ ਸਰਵਉੱਚ ਅਦਾਲਤ ਦਾ ਹੈ। ਨੈਕਸਟ ਹੈ ਜੀ, ਰਾਸ਼ਟਰਪਤੀ ਕਿਹੜੀ ਸੈਨਾ ਦਾ ਸੈਨਾਪਤੀ ਹੁੰਦਾ ਹੈ ਜੀ? ਤਾਂ ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ ਉਹ ਤਿੰਨਾਂ ਸੈਨਾਵਾਂ ਦਾ ਮੁਖੀ ਹੁੰਦਾ ਹੈ, ਜਲ ਸੈਨਾ ਦਾ, ਥਲ ਸੈਨਾ ਦਾ ਅਤੇ ਵਾਯੂ ਸੈਨਾ ਦਾ ਸੈਨਾਪਤੀ ਹੁੰਦਾ ਹੈਗਾ ਗਾ। ਠੀਕ ਹੈ, ਅਤੇ ਇਹ ਕੰਸੈਪਟ ਵੀ ਅਸੀਂ USA ਤੋਂ ਹੀ ਲਿਆ ਹੋਇਆ ਹੈਗਾ ਗਾ ਕਿ ਜਿਹੜਾ ਭਾਰਤ ਦਾ ਰਾਸ਼ਟਰਪਤੀ ਹੈ ਉਹ ਤਿੰਨਾਂ ਸੈਨਾਵਾਂ ਦਾ ਮੁਖੀ ਹੋਵੇਗਾ, ਜਲ ਸੈਨਾ ਦਾ ਵੀ, ਥਲ ਸੈਨਾ ਦਾ ਵੀ ਅਤੇ ਵਾਯੂ ਸੈਨਾ ਦਾ ਵੀ। ਨੈਕਸਟ ਕੁਐਸਚਨ ਹੈ, ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਜੀ? ਤਾਂ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਜਿਹੜਾ ਹੈ ਉਹ ਉਪ ਰਾਸ਼ਟਰਪਤੀ ਨੂੰ ਦਿੰਦਾ ਹੈ, ਅਤੇ ਉਪ ਰਾਸ਼ਟਰਪਤੀ ਜਿਹੜਾ ਹੈ ਉਹ ਆਪਣਾ ਤਿਆਗ ਪੱਤਰ ਰਾਸ਼ਟਰਪਤੀ ਨੂੰ ਸੌਂਪਦਾ ਹੈ। ਇਹ ਦੋਨੋਂ ਚੀਜ਼ਾਂ ਯਾਦ ਰੱਖਣਾ, ਓਪੋਜ਼ਿਟ ਨਹੀਂ ਗਈਆਂ। ਨੈਕਸਟ ਹੈ ਜੀ, ਸੰਸਦ ਦੇ ਦੋਨਾਂ ਸਦਨਾਂ ਦਾ ਸਾਂਝਾ ਸਮਾਗਮ ਕੌਣ ਬੁਲਾਉਂਦਾ ਹੈ? ਇਹ ਸ਼ਕਤੀ ਵੀ ਰਾਸ਼ਟਰਪਤੀ ਦੇ ਕੋਲ ਹੀ ਹੈ। ਸੋ ਜੇਕਰ ਕਿਸੇ ਇਸ ਤਰ੍ਹਾਂ ਦੀ ਮੁਸੀਬਤ ਆ ਜਾਂਦੀ ਹੈ ਕਿ ਕਿਸੇ ਬਿੱਲ ਨੂੰ ਲੈ ਕੇ ਮਤਭੇਦ ਹੋ ਜਾਂਦੇ ਆ ਦੋਨਾਂ ਸਦਨਾਂ ਦੇ ਵਿੱਚ, ਤਾਂ ਉਹ ਦੋਨਾਂ ਦਾ ਸਾਂਝਾ ਸਦਨ ਸਮਾਗਮ ਜਿਹੜਾ ਹੈ ਉਹ ਬੁਲਾ ਸਕਦਾ ਹੈਗਾ ਗਾ। ਓਕੇ, ਨੈਕਸਟ ਕੁਐਸਚਨ ਹੈ, ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਹਨ। ਤਾਂ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਹੈਗੀਆਂ ਮੀਨਸ ਐਮਰਜੈਂਸੀ ਵਾਲੀਆਂ। ਇਹ ਹੈ ਆਰਟੀਕਲ 352 ਦੇ ਵਿੱਚ, ਜਿਹਨੂੰ ਨੈਸ਼ਨਲ ਐਮਰਜੈਂਸੀ ਕਿਹਾ ਜਾਂਦਾ ਹੈ। ਇਹ ਤਦੋਂ ਲੱਗਦੀ ਹੈ ਜਦੋਂ ਕਹਿ ਸਕਦੇ ਹਾਂ ਕਿਸੇ ਤਰ੍ਹਾਂ ਦਾ ਕੋਈ ਬਾਹਰੀ ਹਮਲਾ ਹੋ ਜਾਂਦਾ ਹੈਗਾ ਗਾ। ਠੀਕ ਹੈ, ਉਸ ਦੌਰਾਨ ਲੱਗਦੀ ਹੈਗੀ ਆ। ਇਹਦੇ ਵਿੱਚ ਕਹਿ ਸਕਦੇ ਹਾਂ ਕਿ ਨੈਸ਼ਨਲ ਐਮਰਜੈਂਸੀ ਭਾਰਤ ਦੇ ਵਿੱਚ ਹੁਣ ਤੱਕ 3 ਵਾਰੀ ਲੱਗੀ ਹੈ। ਇੱਕ ਤਾਂ ਇਹ 1962 ਦੇ ਵਿੱਚ ਲੱਗੀ ਸੀਗੀ ਜਦੋਂ ਭਾਰਤ ਚੀਨ ਦਾ ਯੁੱਧ ਹੋਇਆ ਸੀ। ਫਿਰ ਇਹ 1971 ਦੇ ਵਿੱਚ ਹੋਈ ਸੀਗੀ ਜਦੋਂ ਪਾਕਿਸਤਾਨ ਦੇ ਨਾਲ ਯੁੱਧ ਹੋਇਆ ਸੀਗਾ ਭਾਰਤ ਦਾ। ਫਿਰ ਇਸ ਤੋਂ ਬਾਅਦ ਇਹ 1975 ਦੇ ਵਿੱਚ ਲਾਗੂ ਹੋਈ ਸੀ, ਬਟ ਉਦੋਂ ਐਕਸਟਰਨਲ ਯੁੱਧ ਹੋ ਗਿਆ ਸੀਗਾ। ਠੀਕ ਹੈ, ਐਕਸਟਰਨਲ ਪ੍ਰੋਬਲਮ ਹੋ ਗਈ ਸੀ, ਤਾਂ ਭਾਰਤ ਦੇ ਵਿੱਚ 352 ਨੰਬਰ ਆਰਟੀਕਲ ਜਿਹੜਾ ਹੈ ਉਹ 3 ਵਾਰ ਹੀ ਲੱਗਿਆ ਹੈ, ਜਿਹੜਾ ਕਿ ਨੈਸ਼ਨਲ ਐਮਰਜੈਂਸੀ ਦੇ ਦੌਰਾਨ ਲੱਗਦਾ ਹੈ, ਰਾਸ਼ਟਰੀ ਸੰਕਟ ਦੇ ਦੌਰਾਨ। ਦੂਸਰਾ ਅਨੁਛੇਦ ਜਿਹੜਾ ਹੈ ਜਾਂ ਦੂਸਰੇ ਸੰਕਟਕਾਲੀਨ ਸ਼ਕਤੀ 356 ਹੈ, ਜਿਹਨੂੰ ਸਟੇਟ ਐਮਰਜੈਂਸੀ ਕਹਿ ਦਿੰਦੇ ਨੇ। ਇਹ ਤਾਂ ਲੱਗਦੀ ਹੈ ਜੇਕਰ ਕਿਸੇ ਰਾਜ ਦੇ ਵਿੱਚ ਸੰਵਿਧਾਨਕ ਮਸ਼ੀਨਰੀ ਦੇ ਅਨੁਸਾਰ ਕੰਮ ਨਾ ਹੋ ਰਿਹਾ ਹੋਵੇ। ਠੀਕ ਹੈ, ਅਤੇ ਇਹ ਆਰਟੀਕਲ ਸਭ ਤੋਂ ਵੱਧ ਵਾਰੀ ਵਰਤਿਆ ਗਿਆ ਹੈਗਾ ਗਾ। ਕਿੰਨੇ ਵਾਰ ਜੀ? 121 ਵਾਰ ਲੱਗਿਆ ਹੋਇਆ। ਲਾਸਟ ਟਾਈਮ ਇਹ 2012 ਦੇ ਵਿੱਚ ਲੱਗਿਆ ਸੀਗਾ, ਅਤੇ ਸਭ ਤੋਂ ਵੱਧ ਜਿਹੜਾ ਹੈ ਇਹ ਪੰਜਾਬ ਦੇ ਵਿੱਚ ਲੱਗਿਆ ਹੋਇਆ। ਕਿੰਨੇ ਵਾਰ ਜੀ? 8 ਵਾਰ। ਠੀਕ ਹੈ, ਅਤੇ ਪੈਪਸੂ ਦੇ ਵਿੱਚ ਇਹ 1 ਵਾਰ ਲੱਗਿਆ ਸੀ। ਅਤੇ ਜੇਕਰ ਦੋਨਾਂ ਨੂੰ ਮਿਲਾ ਕੇ ਕਹਿ ਦੇਣ ਕਿ ਪੈਪਸੂ ਅਤੇ ਪੰਜਾਬ ਦੇ ਵਿੱਚ ਇਹ ਕਿੰਨੇ ਵਾਰ ਲੱਗਿਆ ਹੈ, ਤਾਂ 9 ਵਾਰ ਬਣਦਾ ਹੈ। ਇਕੱਲਾ ਪੰਜਾਬ ਪੁੱਛਦੇ ਆ ਤਾਂ 8 ਵਾਰ ਲੱਗਿਆ ਹੈ, ਜੇ ਪੈਪਸੂ ਪੁੱਛਦੇ ਆ ਤਾਂ ਉੱਥੇ 1 ਵਾਰ ਲੱਗਿਆ ਸੀਗਾ। ਠੀਕ ਹੈ, ਯਾਨੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਾਰ ਵਰਤਿਆ ਗਿਆ ਆਰਟੀਕਲ ਹੈ, ਸੰਵਿਧਾਨਕ ਮਸ਼ੀਨਰੀ ਫੇਲ ਹੋਣ ਦੇ ਕਾਰਨ ਕਰਕੇ। ਨੈਕਸਟ ਹੈ ਜੀ ਆਰਟੀਕਲ 360। ਇਹ ਵੀ ਰਾਸ਼ਟਰਪਤੀ ਦੀ ਸੰਕਟਕਾਲੀਨ ਸ਼ਕਤੀਆਂ ਦੇ ਵਿੱਚ ਹੀ ਆਉਂਦੇ, ਐਮਰਜੈਂਸੀ ਪਾਵਰ ਦੇ ਵਿੱਚ ਹੀ ਆਉਂਦਾ। ਸੋ ਇਹ ਫਾਈਨਾਂਸ ਐਮਰਜੈਂਸੀ ਹੈ, ਯਾਨੀ ਕਿ ਵਿੱਤੀ ਸੰਕਟ ਹੈ, ਕਿ ਭਾਰਤ ਦੇ ਵਿੱਚ ਜੇਕਰ ਵਿੱਤੀ ਸੰਕਟ ਆ ਜਾਂਦਾ ਹੈ, ਪੈਸੇ ਨੂੰ ਲੈ ਕੇ ਕੋਈ ਸੰਕਟ ਆ ਜਾਂਦਾ, ਤਾਂ ਉਦੋਂ ਇਹ ਐਮਰਜੈਂਸੀ ਲੱਗਦੀ ਹੈਗੀ ਆ। ਬਟ ਇਹ ਭਾਰਤ ਦੇ ਵਿੱਚ ਹਾਲੇ ਤੱਕ ਲਾਗੂ ਨਹੀਂ ਹੋਈ, ਕਦੇ ਵੀ ਇਸ ਦਾ ਵਰਤੋਂ ਨਹੀਂ ਕੀਤੀ ਗਈ। ਨੈਕਸਟ ਹੈ ਜੀ ਕਿਹੜੀ ਸੰਕਟਕਾਲੀਨ ਸ਼ਕਤੀ ਸਭ ਤੋਂ ਵੱਧ ਵਰਤੀ ਗਈ ਹੈ? ਹੁਣੇ ਦੱਸਿਆ ਹੈ ਜੀ ਆਰਟੀਕਲ 356। ਕਿੰਨੇ ਵਾਰ ਜੀ? 121 ਵਾਰ ਵਰਤੀ ਗਈ ਸੀਗੀ, ਅਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਾਰ ਲੱਗੀ ਸੀਗੀ ਇਹ। ਨੈਕਸਟ ਹੈ ਜੀ 46 ਨੰਬਰ, ਰਾਸ਼ਟਰਪਤੀ ਨੇ ਕਿਹੜੀ ਸੰਵਿਧਾਨਕ ਸ਼ਕਤੀ ਦਾ ਕਦੇ ਪ੍ਰਯੋਗ ਨਹੀਂ ਕੀਤਾ? ਸੋ ਇਹ ਹੈ ਜੀ ਅਨੁਛੇਦ 360, ਜਿਹਨੂੰ ਵਿੱਤੀ ਸੰਕਟ ਦੇ ਨਾਲ ਕਿਹਾ ਜਾਂਦਾ ਹੈ, ਵਿੱਤੀ ਫਾਈਨਾਂਸ ਐਮਰਜੈਂਸੀ ਕਿਹਾ ਜਾਂਦਾ ਹੈ। ਇਹ ਅੱਜ ਤੱਕ ਲਾਗੂ ਨਹੀਂ ਕੀਤੀ ਗਈ। ਨੈਕਸਟ ਕੁਐਸਚਨ ਹੈ, ਭਾਰਤ ਦੇ ਕਿਹੜੇ ਰਾਸ਼ਟਰਪਤੀ 2 ਵਾਰ ਚੁਣੇ ਗਏ ਸੀਗੇ? 2 ਵਾਰ ਬਣੇ ਹੈਗੇ ਨੇਗੇ ਜੀ। ਤਾਂ ਇਹ ਹੈਗੇ ਜੀ ਡਾਕਟਰ ਰਾਜਿੰਦਰ ਪ੍ਰਸਾਦ, 2 ਵਾਰ ਚੁਣੇ ਗਏ ਸੀਗੇ ਜੀ। ਇਹ 1950 ਤੋਂ ਲੈ ਕੇ 1962 ਤੱਕ ਰਹੇ ਸੀਗੇ। ਠੀਕ ਹੈ, 2 ਵਾਰ ਸਭ ਤੋਂ ਲੰਬੇ ਕਾਰਜਕਾਲ ਵਾਲੇ ਬਣਦੇ ਹੈਗੇ ਨੇ ਇਹ ਵਾਲੇ। ਅਤੇ ਧਿਆਨ ਰੱਖਣਾ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਵੀ ਨੇ ਇਹ। ਠੀਕ ਹੈ, ਪਹਿਲੇ ਹੀ ਰਾਸ਼ਟਰਪਤੀ ਨੇ ਅਤੇ 2 ਵਾਰ ਇਹ ਬਣੇ ਹੋਏ ਨੇ, ਇਹ ਤੋਂ ਬਾਅਦ ਕੋਈ ਵੀ ਦੂਸਰੀ ਵਾਰ ਨਹੀਂ ਬਣਿਆ। ਨੈਕਸਟ ਹੈ ਜੀ ਭਾਰਤ ਦੇ ਪਹਿਲੇ ਮੁਸਲਿਮ ਰਾਸ਼ਟਰਪਤੀ ਸਨ। ਤਾਂ ਭਾਰਤ ਦੇ ਪਹਿਲੇ ਮੁਸਲਿਮ ਰਾਸ਼ਟਰਪਤੀ ਬਣੇ ਸੀਗੇ ਜੀ ਡਾਕਟਰ ਜ਼ਾਕਿਰ ਹੁਸੈਨ, ਜਿਹੜੇ ਕਿ ਭਾਰਤ ਦੇ ਤੀਜੇ ਰਾਸ਼ਟਰਪਤੀ ਸੀਗੇ। ਠੀਕ ਹੈ, ਤਾਂ ਦੂਸਰੇ ਕਿਹੜੇ ਸੀਗੇ ਜੀ? ਡਾਕਟਰ ਐਸ ਰਾਧਾ ਕ੍ਰਿਸ਼ਨਾ ਸੀ, ਉਹ ਵੀ ਨੋਟ ਰੱਖ ਲੈਣਾ। ਵੈਸੇ ਜ਼ਿਆਦਾਤਰ ਪਹਿਲੇ ਪੁੱਛਦੇ ਹੁੰਦੇ ਜਾਂ ਵਰਤਮਾਨ ਸਮੇਂ ਵਾਲੇ ਹੀ ਪੁੱਛਦੇ ਹੁੰਦੇ ਨੇਗੇ।
ਨੈਕਸਟ ਹੈ ਭਾਰਤ ਦੇ ਪਹਿਲੇ ਕਾਰਜਵਾਹਕ ਰਾਸ਼ਟਰਪਤੀ ਕਿਹੜੇ ਸੀਗੇ ਜੀ? ਤਾਂ ਪਹਿਲੇ ਕਾਰਜਵਾਹਕ ਰਾਸ਼ਟਰਪਤੀ ਸੀਗੇ ਜੀ ਵੀ ਗਿਰੀ। ਵੀ ਗਿਰੀ ਸੀਗੇ ਜਿਹੜੇ ਭਾਰਤ ਦੇ ਪਹਿਲੇ ਕਾਰਜਵਾਹਕ ਰਾਸ਼ਟਰਪਤੀ ਸੀਗੇ। ਨੈਕਸਟ ਹੈ ਜੀ ਬਿਨਾਂ ਵਿਰੋਧ ਬਣੇ ਭਾਰਤ ਦੇ ਰਾਸ਼ਟਰਪਤੀ ਜੀ, ਯਾਨੀ ਕਿ ਓਪੋਜ਼ਿਟ ਦੇ ਵਿੱਚ ਕੋਈ ਹੈ ਹੀ ਨਹੀਂ ਸੀਗਾ, ਇਕੱਲੇ ਹੀ ਸੀਗੇ, ਤਾਂ ਉਹ ਸੀਗੇ ਜੀ ਨੀਲਮ ਸੰਜੀਵਾ ਰੈਡੀ। ਨੀਲਮ ਸੰਜੀਵਾ ਰੈਡੀ ਭਾਰਤੀ ਜਨਤਾ ਪਾਰਟੀ ਦੇ ਸੀਗੇ, ਠੀਕ ਹੈ। ਸੋ ਇਹਨਾਂ ਦਾ ਕੋਈ ਓਪੋਜ਼ਿਟ ਨਹੀਂ ਸੀਗਾ, ਇਸ ਕਰਕੇ ਜਿਹੜਾ ਹੈ ਇਹ ਇਕੱਲੇ ਹੀ ਚੁਣੇ ਗਏ ਸੀ ਅਤੇ ਬਿਨਾਂ ਵਿਰੋਧ ਤੋਂ ਚੁਣੇ ਗਏ ਸੀਗੇ, ਠੀਕ ਹੈ। ਇੰਪੋਰਟੈਂਟ ਨੇ। ਤਾਂ ਇਹ ਸੀ ਅੱਜ ਦੇ ਸਾਡੇ MCQ, ਜੋ ਉਮੀਦ ਕਰਦਾ ਤੁਹਾਡੇ ਲਈ ਕਾਫੀ ਹੈਲਪਫੁਲ ਰਹਿਣਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।